ਬਾਪ, ਬੇਟਾ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ, ਭੈਣੋ ਅਤੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਦੇ ਨਾਲ ਪਵਿੱਤਰ ਵਚਨਾਂ ਦੇ ਰਾਹੀਂ ਗੱਲਬਾਤ ਕਰਨ ਲਈ ਜਾ ਰਿਹਾ ਹਾਂ। ਔਰ ਅੱਜ ਦਾ ਵਿਸ਼ਾ ਇਹ ਹੈ, ਪ੍ਰਭੂ ਯਿਸੂ ਮਸੀਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੀ ਰੱਖਿਆ ਕਰਦਾ ਹੈ। ਜਦੋਂ ਅਸੀਂ ਸੰਤ ਯਹੂਨਾ ਦੀ ਇੰਜੀਲ ਉਹਦਾ 15 ਅਧਿਆਇ ਉਹਦੀ 12 ਆਇਤ ਪੜ੍ਹੀਏ ਤਾਂ ਉਹਦੇ ਵਿੱਚ ਵਚਨ ਲਿਖਿਆ ਹੈ, ਮੇਰੀ ਆਗਿਆ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੀਤਾ ਹੈ। ਪ੍ਰਭੂ ਨੇ ਆਪਣੇ ਚੇਲਿਆਂ ਨੂੰ ਬੇਹੱਦ ਪਿਆਰ ਕੀਤਾ ਅਤੇ ਉਹੀ ਪਿਆਰ ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਪ੍ਰਭੂ ਨੂੰ ਪੁਕਾਰਦੇ ਹਾਂ ਆਪਣੇ ਜੀਵਨ ਦੇ ਵਿੱਚ। ਪ੍ਰਭੂ ਨੇ ਇੱਕ ਵਾਰ ਫਿਰ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਅੱਗੇ ਤੋਂ ਮੈਂ ਤੁਹਾਨੂੰ ਨੌਕਰ ਨਹੀਂ ਕਹਾਂਗਾ, ਕਿਉਂਕਿ ਨੌਕਰ ਨਹੀਂ ਜਾਣਦਾ ਕਿ ਉਸ ਦਾ ਮਾਲਿਕ ਕੀ ਕਰਦਾ ਹੈ। ਮੈਂ ਤੁਹਾਨੂੰ ਮਿੱਤਰ ਕਿਹਾ ਹੈ, ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲ ਸੁਣਿਆ ਹੈ ਤੁਹਾਨੂੰ ਦੱਸ ਦਿੱਤਾ ਹੈ। ਪ੍ਰਭੂ ਨੇ ਸਾਨੂੰ ਮਿੱਤਰ ਕਿਹਾ ਹੈ। ਹੁਣ ਸਾਡਾ ਸੰਬੰਧ ਪ੍ਰਭੂ ਦੇ ਨਾਲ ਕਿਸ ਤਰ੍ਹਾਂ ਦਾ ਹੈ? ਅਸੀਂ ਪ੍ਰਭੂ ਦੇ ਧੀਆਂ ਪੁੱਤਰ ਹਾਂ ਔਰ ਖੁਦਾ ਅਸੀਂ ਉਹਦੇ ਬੇਟਾ ਬੇਟੀਆਂ ਹਾਂ। ਉਹ ਖੁਦਾ ਸਾਨੂੰ ਪਿਆਰ ਕਰਦਾ ਹੈ, ਇਹਦੇ ਵਿੱਚ ਕੋਈ ਸ਼ੱਕ ਕਰਨ ਦੀ ਲੋੜ ਨਹੀਂ ਹੈ। ਇਸ ਤੋਂ ਵੱਧ ਕਿਸੇ ਦਾ ਪਿਆਰ ਨਹੀਂ ਕਿ ਕੋਈ ਉਹ ਆਪਣੇ ਮਿੱਤਰਾਂ ਦੇ ਲਈ ਆਪਣਾ ਜੀਵਨ ਦੇ ਦੇਵੇ। ਪ੍ਰਭੂ ਨੇ ਸਾਡੇ ਲਈ ਆਪਣਾ ਜੀਵਨ ਕੁਰਬਾਨ ਕੀਤਾ ਹੈ। ਪ੍ਰਭੂ ਸੱਚਮੁੱਚ ਮੈਨੂੰ, ਤੁਹਾਨੂੰ, ਸਾਨੂੰ ਸਾਰਿਆਂ ਨੂੰ ਬੇਹੱਦ ਪਿਆਰ ਕਰਦਾ ਹੈ। ਪਿਆਰੇ ਭਰਾਓ ਤੇ ਭੈਣੋ, ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਜੋ ਮਸ਼ਹੂਰ ਕਹਾਣੀ ਹੈ, ਹਕੀਕਤ ਵੀ ਹੈ, ਉਹ ਦੁਨੀਆ ਦੇ ਵਿੱਚ ਵਾਪਰੀ ਵੀ ਹੈ। ਤੁਸੀਂ ਸਾਰਿਆਂ ਨੇ ਟਾਈਟੈਨਿਕ ਸ਼ਿਪ ਦੇ ਬਾਰੇ, ਇਸ ਵੱਡੇ ਮਹਾਨ ਵਿਸ਼ਾਲ ਜਹਾਜ਼ ਦੇ ਬਾਰੇ ਸੁਣਿਆ ਹੋਵੇਗਾ। 15 ਅਪ੍ਰੈਲ 1912 ਈਸਵੀ ਦੀ ਗੱਲ ਹੈ, ਜਦੋਂ ਇਹ ਜਹਾਜ਼ ਅੰਗਰੇਜ਼ ਲੋਕਾਂ ਨੇ ਇੰਗਲੈਂਡ ਦੇ ਵਿੱਚ ਤਿਆਰ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਇਹ ਬਹੁਤ ਹੀ ਸੁੰਦਰ ਜਹਾਜ਼ ਸੀ ਦੁਨੀਆ ਦੇ ਵਿੱਚ, ਜੋ ਸਮੁੰਦਰੀ ਜਹਾਜ਼ ਉਹਨਾਂ ਨੇ ਬਣਾਇਆ ਸੀ। ਇਹਦੇ ਵਿੱਚ ਸਾਰੀਆਂ ਫੈਸਿਲਿਟੀਜ਼, ਸਾਰੀਆਂ ਸੁਵਿਧਾਵਾਂ ਉਹਨਾਂ ਨੇ ਦਿੱਤੀਆਂ ਸਨ। ਕਹਿੰਦੇ ਇਸ ਨੂੰ ਬਣਾਉਣ ਦੇ ਲਈ ਮਿਲੀਅਨਸ ਆਫ ਡਾਲਰਸ ਖਰਚ ਕੀਤੇ ਗਏ ਸਨ। ਅਤੇ ਜਦੋਂ ਇਸ ਸਮੁੰਦਰੀ ਜਹਾਜ਼ ਦਾ ਉਦਘਾਟਨ ਕੀਤਾ ਗਿਆ ਨਾਰਥ ਐਟਲਾਂਟਿਕ ਓਸ਼ਨ ਦੇ ਵਿੱਚ, ਅਤੇ ਇਸ ਸਮੁੰਦਰੀ ਜਹਾਜ਼ ਨੇ ਆਪਣੀ ਪਹਿਲੀ ਯਾਤਰਾ ਇੰਗਲੈਂਡ ਤੋਂ ਅਮਰੀਕਾ ਵਿੱਚ ਜਦੋਂ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਤਕਰੀਬਨ 2024 ਜੋ ਪੈਸੰਜਰ, ਜੋ ਯਾਤਰੀ ਬੈਠ ਗਏ। ਬੜੀ ਖੁਸ਼ੀ ਦਾ ਮਾਹੌਲ ਸੀ, ਹਰ ਪਾਸੇ ਖੁਸ਼ੀਆਂ ਸਨ, ਇੰਜੋਏ ਕਰਦੇ ਲੋਕ ਜਾ ਰਹੇ ਸਨ। ਕੁਝ ਚੇਤਾ ਨਹੀਂ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਹੀ ਦਿਨਾਂ ਦੇ ਬਾਅਦ ਕੀ ਹੋਣ ਵਾਲਾ ਹੈ। ਉਹਨਾਂ ਨੇ ਕਦੀ ਸੋਚਿਆ ਨਹੀਂ ਸੀ। ਹਾਂ, ਜਦੋਂ ਜਹਾਜ਼ ਦੀ ਯਾਤਰਾ ਸ਼ੁਰੂ ਹੋਣ ਵਾਲੀ ਸੀ ਤਾਂ ਉੱਥੇ ਖੜੇ ਕੁਝ ਪ੍ਰੈਸ ਰਿਪੋਰਟਰਾਂ ਨੇ ਜਹਾਜ਼ ਦੇ ਕਪਤਾਨ ਨੂੰ ਪੁੱਛਿਆ, ਜਹਾਜ਼ ਦੇ ਕੈਪਟਨ ਨੂੰ ਸਵਾਲ ਕੀਤਾ, ਤੁਸੀਂ ਸਾਨੂੰ ਇਸ ਜਹਾਜ਼ ਦੀ ਮਹਾਨਤਾ ਦੇ ਬਾਰੇ ਕੁਝ ਦੱਸੋ, ਉਹਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਦੱਸੋ। ਤਾਂ ਮੁਸਕਰਾਉਂਦੇ ਹੋਏ ਉਸਨੇ ਕਿਹਾ, ਮੈਂ ਤਾਂ ਜਹਾਜ਼ ਦੇ ਬਾਰੇ ਇੰਨਾ ਹੀ ਜਾਣਦਾ ਹਾਂ ਕਿ ਜੇਕਰ ਖੁਦਾ ਵੀ ਧਰਤੀ ਉੱਤੋਂ, ਸਵਰਗ ਤੋਂ ਧਰਤੀ ਉੱਤੇ ਆ ਜਾਵੇਗਾ ਤਾਂ ਇਸ ਜਹਾਜ਼ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਇਹ ਜਹਾਜ਼ ਕਦੀ ਵੀ ਸਮੁੰਦਰ ਦੇ ਵਿੱਚ ਡੁੱਬ ਨਹੀਂ ਸਕਦਾ, ਕਿਉਂਕਿ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਜਹਾਜ਼ ਨੂੰ ਬਣਾਇਆ ਹੈ। ਜਰਾ ਸੋਚਿਓ ਕਿ ਉਸ ਕਪਤਾਨ ਨੇ ਜਦੋਂ ਇੰਨੀ ਆਤਮਿਕ ਵਿਸ਼ਵਾਸ ਦੇ ਨਾਲ ਗੱਲ ਕੀਤੀ, ਕਿੰਨੇ ਉਹਦੇ ਵਿੱਚ ਆਤਮਿਕ ਵਿਸ਼ਵਾਸ ਸੀ ਅਤੇ
ਉਹਦੇ ਮਨ ਵਿੱਚ, ਜੋ ਕਿ ਘਮੰਡ ਵੀ ਸੀ ਉਹਦੇ ਗੱਲ ਦੇ ਵਿੱਚ। ਹੁਣ ਅੱਗੇ ਅਸੀਂ ਦੇਖਣਾ ਹੈ ਕਿ ਘਟਨਾ ਕੀ ਵਾਪਰਦੀ ਹੈ। ਕਹਿੰਦੇ ਜਦੋਂ ਜਹਾਜ਼ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਤਾਂ ਠੀਕ 3 ਦਿਨਾਂ ਦੇ ਬਾਅਦ ਜਹਾਜ਼ ਦੇ ਕਪਤਾਨ ਨੂੰ ਇੱਕ ਵਾਰਨਿੰਗ ਜੋ ਅਲਾਰਮ ਸੁਣਾਈ ਦਿੱਤਾ। ਇੱਕ ਚੇਤਾਵਨੀ ਵਾਲਾ ਅਲਾਰਮ, ਇੱਕ ਬੈਲ ਉਸਨੂੰ ਸੁਣਾਈ ਦਿੱਤੀ, ਜੋ ਬਾਰ-ਬਾਰ ਜਹਾਜ਼ ਦੇ, ਜਦੋਂ ਕਪਤਾਨ ਜਹਾਜ਼ ਚਲਾ ਰਿਹਾ ਸੀ ਤਾਂ ਉਹਨੂੰ ਸੁਣਾਈ ਦੇ ਰਹੀ ਸੀ ਕਿ ਅੱਗੇ ਖਤਰਾ ਹੈ, ਤੁਸੀਂ ਅੱਗੇ ਨਾ ਵਧੋ। ਪਰ ਕਹਿੰਦੇ ਇਹ ਜੋ ਬੈਲ ਲਗਾਤਾਰ 6-7 ਵਾਰ ਜੋ ਵੱਜਦੀ ਰਹੀ, ਪਰ ਜਹਾਜ਼ ਦੇ ਕਪਤਾਨ ਨੇ ਕੋਈ ਪਰਵਾਹ ਨਹੀਂ ਕੀਤੀ ਅਤੇ ਉਹ ਆਪਣੀ ਰਫ਼ਤਾਰ ਦੇ ਵਿੱਚ ਜਹਾਜ਼ ਨੂੰ ਚਲਾਉਂਦਾ ਰਿਹਾ। ਔਰ ਪਿੱਛੇ ਬੈਠੀ ਦੁਨੀਆ ਪੂਰਾ ਇੰਜੋਏ ਕਰ ਰਹੀ ਸੀ, ਮਿਊਜ਼ਿਕ ਚੱਲ ਰਿਹਾ ਸੀ, ਲੋਕ ਖਾ ਪੀ ਰਹੇ ਸਨ ਵਧੀਆ ਤਰੀਕੇ ਨਾਲ। ਲੋਕ, ਉਹਨਾਂ ਨੂੰ ਕੋਈ ਪਤਾ ਨਹੀਂ ਸੀ ਅਤੇ ਕੁਝ ਹੀ ਪਲਾਂ ਦੇ ਵਿੱਚ ਇਹ ਜਹਾਜ਼ ਜਾ ਕੇ ਇੱਕ ਵੱਡੀ ਸਾਰੀ ਬਰਫੀਲੀ ਚਟਾਨ ਦੇ ਨਾਲ ਜਾ ਕੇ ਟਕਰਾ ਗਿਆ। ਅਤੇ ਕਹਿੰਦੇ ਜਦੋਂ ਜਹਾਜ਼ ਜਾ ਕੇ ਟਕਰਾ ਜਾਂਦਾ ਹੈ ਤਾਂ ਜਹਾਜ਼ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ ਅਤੇ ਸਾਰਾ ਸਮੁੰਦਰ ਦਾ ਪਾਣੀ ਜਹਾਜ਼ ਦੇ ਵਿੱਚ ਜਾ ਕੇ ਆ ਗਿਆ, ਜਿਹਦੇ ਨਾਲ ਜੋ ਜਹਾਜ਼ ਪੂਰੀ ਭਰ ਗਿਆ ਅਤੇ ਲੋਕਾਂ ਦੇ ਵਿੱਚ ਹਲਚਲ ਮਚ ਗਈ। ਲੋਕ ਡਰ ਗਏ, ਘਬਰਾ ਗਏ ਅਤੇ ਕਹਿੰਦੇ ਜੋ ਪਾਣੀ ਦਾ ਤਾਪਮਾਨ ਇੰਨਾ ਜ਼ਿਆਦਾ ਠੰਡਾ ਸੀ ਤੇ ਕੁਝ ਹੀ ਪਲਾਂ ਦੇ ਵਿੱਚ ਜੋ 1517 ਦੇ ਕਰੀਬ ਲੋਕਾਂ ਦੀ ਜੋ ਮੌਤ ਹੋ ਗਈ। ਉੱਥੇ ਬਹੁਤ ਸਾਰੇ ਲੋਕ ਮਰ ਗਏ, ਸਭ ਕੁਝ ਬਰਬਾਦ ਹੋ ਗਿਆ। ਪਿਆਰੇ, ਉਹ ਕਪਤਾਨ ਜੋ ਪਾਇਲਟ ਜਹਾਜ਼ ਨੂੰ ਚਲਾ ਰਿਹਾ ਸੀ, ਉਸਨੇ ਕਿਹਾ ਕਿ ਇੱਥੋਂ ਤੱਕ ਕਿ ਖੁਦਾ ਵੀ ਇਸ ਦਾ ਕੋਈ ਵਿਗਾੜ ਨਹੀਂ ਸਕਦਾ ਜਾਂ ਇਸ ਨੂੰ ਤਬਾਹ ਨਹੀਂ ਕਰ ਸਕਦਾ। ਸੱਚਮੁੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਅੱਜ ਇਨਸਾਨ ਚੰਦਰਮਾ ਉੱਤੇ ਜਾਣ ਦੀਆਂ ਗੱਲਾਂ ਕਰਦਾ ਹੈ, ਉੱਥੇ ਜਾ ਕੇ ਆਪਣੇ ਘਰ ਬਣਾਉਣ ਦੇ ਬਾਰੇ ਸੋਚਦਾ ਹੈ। ਪਰ ਯਾਦ ਰੱਖੋ, ਜਦੋਂ ਪੂਰੇ ਸੰਸਾਰ ਵਿੱਚ ਇੰਨੀ ਅੱਜ ਮੁਸੀਬਤ ਆ ਰਹੀ ਹੈ, ਕਿੱਥੇ ਹੀ ਇਨਸਾਨ ਦਾ ਤਾਕਤ, ਕਿੱਥੇ ਹੀ ਇਨਸਾਨ ਦੀ ਸਮਝ। ਸਿਰਫ ਅਸੀਂ ਕੀ ਦੇਖਦੇ ਹਾਂ? ਘਮੰਡ। ਕਿਉਂਕਿ ਮਨੁੱਖ ਆਪਣੇ ਆਪ ਨੂੰ ਖੁਦਾ ਦੇ ਬਰਾਬਰ ਸਮਝਣ ਲੱਗ ਪਿਆ ਹੈ। ਕਹਿੰਦੇ ਕਿ ਉਸ ਜਹਾਜ਼ ਵਿੱਚ ਤਕਰੀਬਨ ਸਾਰੇ ਹੀ ਅਮੀਰ ਲੋਕ ਸਫ਼ਰ ਕਰ ਰਹੇ ਸਨ, ਲੇਕਿਨ ਕੋਈ ਵੀ ਆਪਣੇ ਆਪ ਨੂੰ ਬਚਾ ਨਾ ਸਕਿਆ। ਭਾਵੇਂ ਕਿ ਜਹਾਜ਼ ਦੇ ਡੁੱਬਣ ਤੋਂ ਪਹਿਲਾਂ ਕਈ ਵਾਰ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਉਸ ਕੈਪਟਨ ਨੂੰ, ਪਰ ਉਸਨੇ ਕੋਈ ਵੀ ਪਰਵਾਹ ਨਾ ਕੀਤੀ, ਕੋਈ ਚਿੰਤਾ ਨਾ ਕੀਤੀ। ਉਸਨੇ ਆਪਣੀ ਸਮਝ ਉੱਤੇ ਭਰੋਸਾ ਰੱਖਿਆ। ਅੱਜ ਇਸੇ ਤਰ੍ਹਾਂ ਸੰਸਾਰ ਵਿੱਚ ਵੀ ਹੋ ਰਿਹਾ ਹੈ। ਕਈ ਲੋਕ ਸੋਚਦੇ ਹਨ ਕਿ ਅਸੀਂ ਖੁਦਾ ਤੋਂ ਬਿਨਾਂ ਹੀ ਸਭ ਕੁਝ ਕਰ ਸਕਦੇ ਹਾਂ। ਵੇਖਿਆ ਜਾਵੇ ਕਿ ਖੁਦਾ ਨੇ ਸਾਰੀ ਦੁਨੀਆ ਨੂੰ ਬਣਾਇਆ ਹੈ ਕਿੰਨੀ ਸੁੰਦਰਤਾ ਦੇ ਨਾਲ, ਪਰ ਅੱਜ ਸਾਰੀ ਦੁਨੀਆ ਘਬਰਾਈ ਹੋਈ ਹੈ, ਡਰੀ ਹੋਈ ਹੈ। ਅੱਜ ਸਾਰੀ ਦੁਨੀਆ ਘੁਟਨੇ ਭਾਰ ਹੋ ਕੇ ਪਰਮੇਸ਼ਰ ਦੇ ਅੱਗੇ ਹੁਣ ਰੌਲਾ ਪਾ ਰਹੀ ਹੈ ਜਾਂ ਦੁਆ ਕਰ ਰਹੀ ਹੈ, ਖੁਦਾ ਸਾਨੂੰ ਬਚਾਓ ਮੁਸ਼ਕਲ ਤੋਂ, ਇਸ ਪਰੇਸ਼ਾਨੀ ਤੋਂ, ਇਸ ਤਬਾਹੀ ਤੋਂ। ਖੁਦਾ ਦੀ ਬਾਣੀ ਦੱਸਦੀ ਹੈ, ਜਦੋਂ ਅਸੀਂ ਸੰਤ ਯਹੋਨਾ ਦੀ ਇੰਜੀਲ ਦਾ 15 ਅਧਿਆਇ 5 ਅੱਜ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ, ਮੈਂ ਅੰਗੂਰ ਦੀ ਅਸਲੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ, ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਬਹੁਤ ਫਲ ਪੈਦਾ ਕਰਦਾ ਹੈ। ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਹਾਲੇਲੂਇਆ। ਅਸੀਂ ਪ੍ਰਭੂ ਤੋਂ ਵੱਖਰੇ ਹੋ ਕੇ ਭੈਣੇ ਤੇ ਭਰਾਓ ਕੁਝ ਵੀ ਨਹੀਂ ਕਰ ਸਕਦੇ। ਜੇਕਰ ਅਸੀਂ ਜਿਉਂਦੇ ਹਾਂ, ਜੇਕਰ ਅਸੀਂ ਚੱਲਦੇ ਫਿਰਦੇ ਹਾਂ, ਤੇ ਅਸੀਂ ਪ੍ਰਭੂ ਦੇ ਵਿੱਚ ਇਹ ਸਾਡੀ ਹੋਂਦ ਹੈ। ਜਿਸ ਤਰ੍ਹਾਂ ਚੇਲਿਆਂ ਦੇ ਕਰਤੱਵ ਦੇ 17 ਅਧਿਆਇ 28 ਪੜ੍ਹਦੇ ਹਾਂ ਤਾਂ ਉਹਦੇ ਵਿੱਚ ਵਚਨ ਲਿਖਿਆ ਹੈ, ਜੇਕਰ ਅਸੀਂ ਜਿਉਂਦੇ ਹਾਂ ਜਾਂ ਚੱਲਦੇ ਫਿਰਦੇ ਹਾਂ, ਸਾਡੀ ਹੋਂਦ ਹੈ ਤਾਂ ਪ੍ਰਭੂ ਦੇ ਵਿੱਚ ਹੈ। ਹੁਣ ਸਮਾਂ ਹੈ ਤੋਬਾ ਕਰਨ ਦਾ, ਪਛਤਾਤਾਪ ਕਰਨ ਦਾ, ਪ੍ਰਭੂ ਯਿਸੂ ਨੂੰ ਆਪਣਾ ਪ੍ਰਭੂ ਮੰਨਣ ਦਾ। ਅਸੀਂ ਕਦੇ ਵੀ ਆਪਣੀ ਸਮਝ ਉੱਤੇ ਭਰੋਸਾ ਨਾ ਰੱਖੀਏ।
ਪ੍ਰਭੂ ਤੇ ਵਿਸ਼ਵਾਸ ਕਰੀਏ। ਜਦੋਂ ਅਸੀਂ ਕਹਾਵਤਾਂ ਦੀ ਗ੍ਰੰਥ ਪੜ੍ਹਦੇ ਹਾਂ, ਉਹਦਾ 3 ਅਧਿਆਇ ਦੀ 5 ਆਇਤ ਵਿੱਚ ਵਚਨ ਲਿਖਿਆ, 6 ਆਇਤ ਵਿੱਚ 5 ਤੇ 6 ਆਇਤ ਵਿੱਚ, ਤੁਸੀਂ ਪ੍ਰਭੂ ਉੱਤੇ ਵਿਸ਼ਵਾਸ ਰੱਖੋ, ਤੂੰ ਪ੍ਰਭੂ ਉੱਤੇ ਵਿਸ਼ਵਾਸ ਰੱਖ ਅਤੇ ਆਪਣੀ ਸਮਝ ਉੱਤੇ ਭਰੋਸਾ ਨਾ ਰੱਖ। ਯਾਦ ਰੱਖ ਕਿ ਉਹ ਤੇਰੇ ਹਰ ਕੰਮ ਵਿੱਚ ਤੇਰੇ ਨਾਲ ਹੈ ਅਤੇ ਉਹ ਤੇਰੇ ਹਰ ਕੰਮ ਨੂੰ ਸਫਲ ਕਰੇਗਾ। ਪ੍ਰਭੂ ਸਾਡੇ ਹਰ ਕੰਮ ਨੂੰ ਸਫਲ ਕਰਦਾ ਹੈ ਜਦੋਂ ਅਸੀਂ ਪ੍ਰਭੂ ਦੇ ਨਾਮ ਦੇ ਵਿੱਚ ਹੋ ਕੇ ਕੰਮ ਕਰਦੇ ਹਾਂ। ਕਦੀ ਵੀ ਖੁਦਾ ਦੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਨਾ ਕਰੀਏ, ਕਿਉਂਕਿ ਨਹੀਂ ਤਾਂ ਅਸੀਂ ਖੁਦ ਆਪਣੇ ਆਪ ਜ਼ਿੰਮੇਵਾਰ ਹੋਵਾਂਗੇ। ਯਾਦ ਰੱਖੋ, ਅਸੀਂ ਪ੍ਰਭੂ ਦੇ ਨਾਲ ਰਹਿ ਕੇ ਸਭ ਕੁਝ ਕਰ ਸਕਦੇ ਹਾਂ। ਉਸ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ, ਕਿਉਂਕਿ ਉਹੀ ਸਾਡੀ ਸ਼ਕਤੀ ਹੈ, ਉਹੀ ਸਾਡਾ ਬਲ ਹੈ। ਅਸੀਂ ਵੇਖਿਆ ਕਿ ਉਹ ਕਿੰਨਾ ਵੱਡਾ ਜੋ ਜਹਾਜ਼, ਮਹਾ ਜਹਾਜ਼, ਸਮੁੰਦਰੀ ਜਹਾਜ਼ ਟਾਈਟੈਨਿਕ, ਜੋ ਚਕਨਾਚੂਰ ਕੁਝ ਪਲਾਂ ਦੇ ਵਿੱਚ ਚਕਨਾਚੂਰ ਹੋ ਗਿਆ। ਪਿਆਰੇ ਪ੍ਰਭੂ ਨੇ ਸੰਤ ਮੱਤੀ ਦੀ ਇੰਜੀਲ ਜਦੋਂ ਅਸੀਂ ਪੜ੍ਹਦੇ ਹਾਂ ਤਾਂ 7 ਅਧਿਆਇ ਉਹਦੀ 24 ਆਇਤ ਵਿੱਚ ਵਚਨ ਲਿਖਿਆ ਹੈ, ਪ੍ਰਭੂ ਜੀ ਆਖਦੇ ਹਨ, ਜੋ ਮੇਰੇ ਵਚਨ ਸੁਣਦਾ ਹੈ ਉਹ ਇੱਕ ਸਮਝਦਾਰ ਇਨਸਾਨ ਹੈ, ਜੋ ਆਪਣਾ ਘਰ ਚਟਾਨ ਉੱਤੇ ਬਣਾਉਂਦਾ ਹੈ। ਨੇਰੀ ਤੂਫਾਨ ਆਉਣ ਦੇ ਨਾਲ ਵੀ ਉਹ ਘਰ ਟੁੱਟਦਾ ਨਹੀਂ ਹੈ, ਉਹਦੇ ਘਰ ਦਾ ਨੁਕਸਾਨ ਨਹੀਂ ਹੁੰਦਾ। ਦੂਸਰੇ ਪਾਸੇ ਇੱਕ ਮੂਰਖ ਇਨਸਾਨ, ਤੁਸੀਂ ਆਪ ਹੀ ਸਮਝਦੇ ਉਹਦੇ ਨਾਲ ਕੀ ਹੁੰਦਾ ਹੈ। ਪਰ ਇਨਸਾਨ ਦੁਆਰਾ ਬਣਾਇਆ ਗਿਆ ਜਹਾਜ਼ ਟੁੱਟ ਗਿਆ। ਟਾਈਟੈਨਿਕ ਇਨਸਾਨ ਦੇ ਦੁਆਰਾ ਬਣਾਇਆ ਗਿਆ ਸੀ। ਪਰ ਦੂਸਰੇ ਪਾਸੇ ਅਸੀਂ ਜਦੋਂ ਪੁਰਾਣਾ ਐਤਨਾਮਾ ਪੜ੍ਹਦੇ ਹਾਂ, ਉਤਪਤ ਗ੍ਰੰਥ ਦਾ 6 ਅਧਿਆਇ 7 ਅਤੇ 8 9 ਚੈਪਟਰ ਤੁਸੀਂ ਪੜ੍ਹ ਲਓ। ਅਤੇ ਜਿਸ ਤਰ੍ਹਾਂ ਖੁਦਾ ਨੇ ਮੂਸਾ ਨੂੰ ਕਿਹਾ, ਖੁਦਾ ਨੇ ਨੂਹ ਨਬੀ ਨੂੰ ਕਿਹਾ ਕਿ ਤੂੰ ਇੱਕ ਬੇੜਾ ਬਣਾ, ਹੈ ਨਾ, ਉਹਦੇ ਵਿੱਚ ਜੋ ਸਾਰੀਆਂ ਜੋ ਜੀਵ ਜੰਤੂ ਹੈ ਜਾਂ ਆਪਣਾ ਸਾਰਾ ਪਰਿਵਾਰ ਉਹਦੇ ਵਿੱਚ ਰੱਖ, ਮੈਂ ਇਸ ਧਰਤੀ ਨੂੰ ਤਬਾਹ ਕਰਨ ਦੇ ਲਈ ਜਾ ਰਿਹਾ ਹਾਂ। ਅਤੇ ਉਹ ਘਰ, ਉਹ ਬੇੜਾ ਕਿਵੇਂ ਬਣਿਆ ਸੀ? ਲੱਕੜ ਦੇ ਨਾਲ। ਉਹ ਨਾਸ਼ ਨਹੀਂ ਹੋਇਆ। 40 ਦਿਨ ਲਗਾਤਾਰ, 40 ਦਿਨ 40 ਰਾਤ ਲਗਾਤਾਰ ਜੋ ਧਰਤੀ ਉੱਤੇ ਰਿਹਾ, ਪਰ ਉਹ ਨਾਸ਼ ਨਹੀਂ ਹੋਇਆ। ਪਰ ਮਨੁੱਖੀ ਹੱਥਾਂ ਦੇ ਦੁਆਰਾ ਬਣਾਇਆ ਹੋਇਆ ਜੋ ਬੇੜਾ, ਜੋ ਸਮੁੰਦਰੀ ਜਹਾਜ਼ ਨਸ਼ਟ ਹੋ ਗਿਆ। ਆਓ ਅਸੀਂ ਇਸ ਤੋਂ ਅੰਦਾਜ਼ਾ ਲਗਾਈਏ ਜੋ ਪਰਮੇਸ਼ਰ ਨੇ ਚੀਜ਼ਾਂ ਨੂੰ ਬਣਾਇਆ ਹੈ, ਕਿੰਨੀ ਸੁੰਦਰਤਾ ਦੇ ਨਾਲ ਬਣਾਇਆ ਹੈ, ਅਤੇ ਅਸੀਂ ਆਪਣਾ ਪੂਰਾ ਭਰੋਸਾ ਪ੍ਰਭੂ ਉੱਤੇ ਹੀ ਲਾਈ ਰੱਖੀਏ। ਜੇਕਰ ਅਸੀਂ ਪ੍ਰਭੂ ਨੂੰ ਆਪਣਾ ਵਿਸ਼ਵਾਸ, ਪ੍ਰਭੂ ਨੂੰ ਆਪਣਾ ਪਿਤਾ ਮੰਨਦੇ ਹਾਂ ਤਾਂ ਉਹ ਸਾਡੀ ਰੱਖਿਆ ਵੀ ਕਰਦਾ ਹੈ। ਕਿਸ ਤਰ੍ਹਾਂ ਉਹ ਲੋਹੇ ਦਾ ਬਣਾਇਆ ਹੋਇਆ ਜਹਾਜ਼ ਟੁੱਟ ਗਿਆ, ਪਰ ਲੱਕੜ ਦਾ ਬਣਾਇਆ ਹੋਇਆ ਜਹਾਜ਼ ਹਮੇਸ਼ਾ ਸਥਿਰ ਰਿਹਾ। ਆਓ ਅਸੀਂ ਆਪਣੇ ਕਮਾਂਡ ਨੂੰ ਛੱਡੀਏ। ਤੇ ਖੁਦਾ ਦੀ ਬਾਣੀ ਵਿੱਚ ਲਿਖਿਆ ਹੈ, ਜਦੋਂ ਅਸੀਂ ਪਹਿਲਾ ਕੁਰਿੰਥੀਆਂ 1 ਅਧਿਆਇ 30 ਆਇਤ ਪੜ੍ਹੀਏ ਤਾਂ ਉਹਦੇ ਵਿੱਚ ਲਿਖਿਆ ਹੈ, ਕਹਿੰਦਾ ਜੇ ਇਸੇ ਲਈ ਧਰਮ ਗ੍ਰੰਥ ਕਹਿੰਦਾ, ਜੇਕਰ ਕੋਈ ਹੰਕਾਰ ਕਰਨਾ ਵੀ ਚਾਹੇ ਤਾਂ ਪ੍ਰਭੂ ਤੇ ਹੀ ਹੰਕਾਰ ਕਰੇ। ਇਸ ਲਈ ਆਓ ਅਸੀਂ ਪ੍ਰਭੂ ਦੇ ਵਿੱਚ ਰਹਿ ਕੇ ਜੀਵਨ ਗੁਜ਼ਾਰੀਏ ਤੇ ਖੁਦਾ ਸਾਡੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰੇਗਾ। ਉਹ ਸਾਡੀ ਰੱਖਿਆ ਕਰਦਾ ਹੈ, ਉਹ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਸਾਨੂੰ ਕਦੀ ਵੀ ਨਿਰਾਸ਼ ਨਹੀਂ ਹੋਣ ਦੇਵੇਗਾ। ਖੁਦਾ ਸਾਨੂੰ ਬਰਕਤ ਅਤੇ ਆਸ਼ੀਸ਼ ਦੇਵੇ। ਬਾਪ ਤੇ ਬੇਟੇ ਦੀ ਉਪਾਸਨਾ ਤੇ ਆਮੀਨ।